हाँ जी, सत श्री अकाल जी सारिਆਂ ਨੂੰ। ਅੱਜ ਆਪਾਂ ਗੱਲ ਕਰਾਂਗੇ ਜੀ ਓਸੀਨ ਇਨਸੈਕਟੀਸਾਈਡ ਬਾਰੇ। ਤੇ ਇਹ ਇੱਕ ਕੀੜੇ ਮਾਰ ਦਵਾਈ ਹੈ ਜੀ। ਇਹਦੇ ਆਪਾਂ ਅੱਜ ਰੇਟ ਦੀ, ਡੋਜ਼ ਦੀ ਅਤੇ ਕਿਹੜੀਆਂ ਫਸਲਾਂ ਉੱਤੇ ਵਰਤੀ ਜਾ ਸਕਦੀ ਹੈ ਅਤੇ ਕਿੰਨੇ ਦਿਨ ਦਾ ਆਸਰਾ, ਸਾਰੀ ਡਿਟੇਲ 'ਚ ਗੱਲ ਕਰਾਂਗੇ। ਇਹ ਇੱਕ ਜੀ ਕਾਲੇ ਤੇਲੇ ਦਾ ਪ੍ਰੋਡਕਟ ਹੈ ਜਿਹਨੂੰ ਆਪਾਂ ਨਰਮੇ ਦੇ ਉੱਤੇ, ਝੋਨੇ ਦੇ ਉੱਤੇ ਵਰਤ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹਦਾ ਪ੍ਰਾਈਜ਼ ਦੀ ਗੱਲ ਕਰਦੇ ਹਾਂ ਜੀ। ਸਭ ਤੋਂ ਵੱਡਾ ਮੈਟਰ ਪ੍ਰਾਈਜ਼ ਦਾ ਹੁੰਦਾ। ਹਰੇਕ ਕੁਐਸਚਨ ਪ੍ਰਾਈਜ਼ ਦੇ ਉੱਤੇ ਆਉਂਦਾ, ਕਾਲਸ ਵੀ ਆਉਂਦੀਆਂ ਨੇ, ਫੋਨ ਵੀ ਆਉਂਦੇ ਨੇ। ਅਤੇ ਪ੍ਰਾਈਜ਼ ਦੀ ਇਹਦੀ ਗੱਲ ਕਰੀਏ ਤਾਂ ਇਹ ਆਪਾਂ ਨੂੰ 4100 ਤੋਂ ਲੈ ਕੇ 4200 ਦੇ ਵਿੱਚ 1 ਕਿੱਲੋ ਮਿਲਦਾ ਜੀ। ਪਹਿਲਾਂ ਪਿਛਲੇ ਸਾਲ ਲਾਸਟ ਈਅਰ ਰੇਟ ਇਹਦਾ ਬਹੁਤ ਜ਼ਿਆਦਾ ਸੀ, 5400 5500 ਰੁਪਏ ਦਾ ਕਿੱਲੋ ਸੀ। ਇਸ ਸਾਲ 1200-1300 ਰੁਪਈਆ ਇਹ 1 ਕਿੱਲੋ ਮਗਰ ਲੈਸ ਹੋ ਗਿਆ। ਅਤੇ ਇਸ ਵਾਰ ਹੁਣ 4100 ਤੋਂ ਲੈ ਕੇ 4200 ਤੱਕ ਅੱਜ ਦੀ ਡੇਟ ਦੇ ਵਿੱਚ, ਅੱਜ ਡੇਟ ਹੈਗੀ ਆ 31 ਅਗਸਤ 2020। ਅੱਜ ਦੀ ਡੇਟ ਦੇ ਵਿੱਚ 4100 ਤੋਂ ਲੈ ਕੇ 4200 ਤੱਕ 1 ਕਿੱਲੋ ਮਿਲਦਾ। ਆਪਾਂ ਜੇ ਡੂਜ ਦੀ ਗੱਲ ਕਰੀਏ ਤਾਂ ਜੀ ਉਹ ਆਪਾਂ ਆਪਦੇ ਆਧਾਰ 'ਤੇ ਕੋਈ ਗੱਲ ਨਹੀਂ ਕਰਦੇ। ਤਾਂ ਜਿਹੜੀ ਇਹਦੇ ਨਾਲ ਡਾਟਾ ਸ਼ੀਟ ਹੁੰਦੀ ਹੈ, ਕਿਸੇ ਵੀ ਪ੍ਰੋਡਕਟ ਨਾਲ ਡਾਟਾ ਸ਼ੀਟ ਨਾਲ ਆਉਂਦੀ, ਆਪਾਂ ਉਹਦੇ ਰਿਲੇਟਡ ਗੱਲ ਕਰਾਂਗੇ। ਆਹ ਦੇਖੋ, ਇਹਦੇ ਨਾਲ ਲੱਗੀ ਹੁੰਦੀ ਹੈ ਡਾਟਾ ਸ਼ੀਟ। ਆਹ ਦੇਖੋ, ਨਾਲ ਚਿਪਕਾਈ ਹੋਈ ਆ। ਆਪਾਂ ਇਹ ਤੋਂ ਫਾੜ ਕੇ ਡਾਟਾ ਸ਼ੀਟ ਦੀ ਗੱਲ ਕਰਾਂਗੇ। ਅਤੇ ਆਪਾਂ ਪਹਿਲਾਂ ਇਹਦੇ ਸਾਲਟ ਦੀ ਵੀ ਗੱਲ ਕਰ ਲਈਏ ਵੀ ਓਸੀਨ ਚੀਜ਼ ਕੀ ਹੈ, ਓਸੀਨ ਦਾ ਸਾਲਟ ਕੀ ਆ। ਓਸੀਨ ਦਾ ਸਾਲਟ ਜੀ, ਆਹ ਦੇਖੋ ਮੋਟੇ ਅੱਖਰਾਂ 'ਚ ਲਿਖਿਆ ਗਿਆ ਡਾਈਨੋਟ ਫਿਊਰਾਨ 20% SG, ਯਾਨੀ ਕਿ ਇਹ SG ਦਾ ਮਤਲਬ ਥੋੜ੍ਹੀਆਂ ਜਿਹੀਆਂ ਸੇਮੀਆਂ ਜਿਹੀਆਂ ਹੁੰਦੀਆਂ ਨੇ। ਅਤੇ ਇੱਕ ਤਾਂ ਨੈਗੇਟਿਵ ਹੁੰਦੀ ਆ, WDG ਆਉਂਦੀ ਆ, ਜਾਂ ਇੱਕ WG ਆਪਣਾ ਚੈਸ ਆਉਂਦੀ ਆ। ਉਸੇ ਤਰ੍ਹਾਂ ਦੀਆਂ ਸੇਮੀਆਂ ਹੁੰਦੀਆਂ ਨੇ, ਥੋੜ੍ਹੀਆਂ ਮੋਟੀਆਂ ਹੁੰਦੀਆਂ ਨੇ, ਬਰੀਕ ਹੁੰਦੀਆਂ ਨੇ। SG ਫਾਰਮੂਲੇਸ਼ਨ, ਯਾਨੀ ਕਿ ਇਹਦਾ ਸਾਲਟ ਦੀ ਆਪਾਂ ਗੱਲ ਕਰੀਏ, ਡਾਈਨੋਟ ਫਿਊਰਾਨ 20% SG ਇਹ ਆਉਂਦਾ। ਇਹ ਟੋਕਨ ਦੇ ਵਿੱਚ ਵੀ ਇਹੀ ਸਾਲਟ ਆਉਂਦਾ ਜੀ। ਇੰਡੋਫਿਲ ਦੀ ਆਉਂਦੀ ਆ ਜਿਹੜੀ ਟੋਕਨ, ਉਹ 'ਚ ਵੀ ਇਹੀ ਸਾਲਟ ਆਉਂਦਾ। ਅਤੇ ਹੋਰ ਆਪਾਂ ਇੱਕ ਗੱਲ ਕਰਦੇ ਹਾਂ ਜੀ, ਇਹ ਨੀਲੇ ਨਿਸ਼ਾਨ ਦੀ ਦਵਾਈ ਆ ਜਿਹੜੀ ਕਿ ਆਪਾਂ ਨੂੰ ਵਰਤਣੀ ਚਾਹੀਦੀ ਹੈ। ਵੀ ਆਪਾਂ ਨੂੰ ਪੀਲੇ ਜਾਂ ਲਾਲ ਨਿਸ਼ਾਨ ਵਾਲੀ ਦਵਾਈ ਨਹੀਂ ਵਰਤਣੀ ਚਾਹੀਦੀ। ਪਹਿਲੇ ਨੰਬਰ 'ਤੇ ਪ੍ਰੈਫਰਡ ਆਪਾਂ ਨੂੰ ਹਰੇ ਨਿਸ਼ਾਨ ਵਾਲੀ ਕਰਨੀ ਚਾਹੀਦੀ ਆ, ਅਤੇ ਦੂਜੇ ਨੰਬਰ 'ਤੇ ਆਪਾਂ ਨੂੰ ਇਹ ਨੀਲੇ ਨਿਸ਼ਾਨ ਵਾਲੀ ਦਵਾਈ ਵਰਤਣੀ ਚਾਹੀਦੀ ਆ। ਅਤੇ ਨੀਲੇ ਨਿਸ਼ਾਨ ਵਾਲੀਆਂ ਦੇ ਵਿੱਚ ਕੁਝ ਜ਼ਹਿਰਾਂ ਹੈਗੀਆਂ ਨੇ ਜਿਹੜੀਆਂ ਸਰਕਾਰ ਨੇ 9 ਜ਼ਹਿਰਾਂ ਬਾਸਮਤੀ ਦੇ ਉੱਤੇ ਪਹਿਲਾਂ ਬੈਨ ਕੀਤੀਆਂ ਤੀਆਂ, ਅਤੇ ਹੁਣ ਸਾਰੇ ਝੋਨੇ ਉੱਤੇ ਬੈਨ ਕਰਤੀਆਂ। ਅਤੇ ਉਹ ਨੀਲੇ ਨਿਸ਼ਾਨ ਵਾਲੀਆਂ ਉਹ 9 ਜ਼ਹਿਰਾਂ ਨੇ ਜਿਹੜੀਆਂ ਉਹ ਵੀ ਨਹੀਂ ਵਰਤਣੀਆਂ ਚਾਹੀਦੀਆਂ। ਅਤੇ ਕੁਝ ਹੋਰ ਜ਼ਹਿਰਾਂ ਬੈਨ ਲਿਸਟ ਦੇ ਵਿੱਚ ਹਜੇ ਨਹੀਂ ਪਈਆਂ, ਜਦੋਂ ਪੈਣਗੀਆਂ ਤਾਂ ਜ਼ਰੂਰ ਸ਼ੇਅਰ ਕਰਾਂਗੇ। ਪਰ ਅੱਜ ਦੀ ਡੇਟ ਦੇ ਵਿੱਚ ਆਪਾਂ ਗੱਲ ਇਹ ਕਰਦੇ ਹਾਂ ਵੀ ਆਪਾਂ ਨੂੰ ਹਰੇ ਜਾਂ ਨੀਲੇ ਨਿਸ਼ਾਨ ਵਾਲੀ ਦਵਾਈ ਵਰਤਣੀ ਚਾਹੀਦੀ ਆ। ਅਤੇ ਨੀਲੇ ਨਿਸ਼ਾਨ ਦੇ ਵਿੱਚ ਉਹ 9 ਜ਼ਹਿਰਾਂ ਜਿਹੜੀਆਂ ਸਰਕਾਰ ਨੇ ਬੈਨ ਕਰੀਆਂ ਨੇ ਉਹ ਨਹੀਂ ਵਰਤਣੀਆਂ ਚਾਹੀਦੀਆਂ। ਇਹਨੂੰ ਆਪਾਂ ਵਰਤ ਸਕਦੇ ਹਾਂ। ਡਾਈਨੋਟ ਫਿਊਰਾਨ 20% SG ਓਸੀਨ ਦਵਾਈ ਆ ਜੀ ਇਹ। ਆਹ ਦੇਖੋ ਓਸੀਨ ਲਿਖਿਆ ਹੋਇਆ, PI ਇੰਡਸਟਰੀਜ਼ ਵਾਲਿਆਂ ਦੀ ਦਵਾਈ ਆ। ਇਹਦੇ ਉੱਤੇ ਮਗਰ ਲਿਖਿਆ ਵੀ ਹੋਇਆ, ਆਪਾਂ ਤੁਹਾਨੂੰ ਕਲੀਅਰ ਕਰ ਦਿੰਦੇ ਹਾਂ। ਆਹ ਦੇਖੋ ਲਿਖਿਆ ਹੋਇਆ ਇੰਪੋਰਟ ਐਂਡ ਰੀਪੈਕਡ ਬਾਏ PI ਇੰਡਸਟਰੀਜ਼ ਲਿਮਟਡ, ਯਾਨੀ ਕਿ ਇੰਪੋਰਟ ਯਾਨੀ ਕਿ ਇਹ ਬਾਹਰੋਂ ਮੰਗਾਈ ਹੋਈ ਆ ਅਤੇ ਰੀਪੈਕਿੰਗ ਕੀਤੀ ਹੋਈ ਆ, ਅਤੇ ਪੈਕਿੰਗ ਕੀਤੀ ਹੋਈ ਆ PI ਇੰਡਸਟਰੀਜ਼ ਲਿਮਟਡ ਵਾਲਿਆਂ ਦੀ। ਬਣਾਈ ਯਾਨੀ ਕਿ PI ਵਾਲਿਆਂ ਦੀ ਵੀ ਨਹੀਂ ਹੋਈ, ਇੰਪੋਰਟ 'ਤੇ ਉਹ ਕਰੀ ਹੋਈ ਹੈ। ਅਤੇ ਜੇ ਆਪਾਂ ਇਹਦੀ ਮੈਨੂਫੈਕਚਰਿੰਗ ਦੀ ਗੱਲ ਕਰੀਏ ਤਾਂ ਉਹ ਆਪਾਂ ਨੂੰ ਡਾਟਾ ਸ਼ੀਟ ਤੋਂ ਹੋ ਸਕਦਾ ਪਤਾ ਲੱਗ ਜਾਵੇ ਵੀ ਇਹ ਪ੍ਰੋਡਕਟ ਬਣਾਇਆ ਕਿਹਨਾਂ ਦਾ ਹੋਇਆ। ਪਰ ਇਹ ਤਾਈਵਾਨ ਜਾਂ ਥਾਈਲੈਂਡ ਦੇਸ਼ ਆ, ਉੱਥੇ ਦਾ ਪ੍ਰੋਡਕਟ ਬਣਿਆ ਹੋਇਆ ਇਹ। ਮੈਂ ਇੱਕ ਵਾਰ ਪਹਿਲਾਂ ਡਿਟੇਲ ਦੇ ਵਿੱਚ ਇਹਦੇ ਬਾਰੇ ਪਤਾ ਕਰਿਆ ਸੀ। ਅਤੇ ਆਪਾਂ ਨੇ ਯਾਨੀ ਕਿ ਮੇਨ ਗੱਲ ਆ ਜਿਹੜੀ ਕਰੀ ਓਰੀਜਨਲ ਓਸੀਨ PI ਇੰਡਸਟਰੀਜ਼ ਦੀ ਆ, ਅਤੇ ਟੋਕਨ ਆ ਜਿਹੜੀ ਉਹ ਇੰਡੋਫਿਲ ਦੀ ਆ। ਜੇ ਹੁਣ ਆਪਾਂ ਡਾਟਾ ਸ਼ੀਟ ਦੀ ਗੱਲ ਕਰਦੇ ਹਾਂ, ਅਤੇ ਆਹ ਆਪਣੇ ਲਵੇ ਡਾਟਾ ਸ਼ੀਟ ਹੈ। ਡਾਟਾ ਸ਼ੀਟ ਖੋਲ੍ਹ ਕੇ ਇਹਦੇ ਉੱਤੇ ਦੇਖਾਂਗੇ ਵੀ ਇਹਦੀ ਕੀ ਅਸਲ ਕਰੈਕਟ ਡੋਜ਼ ਕੀ ਆ। ਆਪਾਂ ਆਪਦੇ ਬੇਸ 'ਤੇ ਕੋਈ ਗੱਲ ਨਹੀਂ ਕਰਨੀ ਹੈਗੀ। ਅਤੇ ਜੋ ਡਾਟਾ ਸ਼ੀਟ ਹੁੰਦੀ ਆ ਇਹ ਕੰਪਨੀ ਵੱਲੋਂ ਹੁੰਦੀ ਆ, ਕੰਪਨੀ ਵੱਲੋਂ ਤਿਆਰ ਕੀਤੀ ਜਾਂਦੀ ਆ। ਅਤੇ ਕੰਪਨੀ ਇਹਦੇ ਵਿੱਚ ਡੋਜ਼ ਪ੍ਰੋਪਰ ਦੱਸਦੀ ਆ ਵੀ ਕੀ ਡੋਜ਼ ਪਾਉਣੀ ਚਾਹੀਦੀ ਆ। ਆਪਾਂ ਨੂੰ ਦੁਕਾਨਦਾਰ ਧੋਖੇ ਨਾਲ ਜਾਂ ਝੂਠ ਬੋਲ ਕੇ ਗਲਤ ਡੋਜ਼ ਪਵਾ ਦਿੰਦੇ ਨੇ, ਜਿਹੜੀ ਕਿ ਇੱਕ ਗਲਤ ਆਪਾਂ ਨੂੰ ਪਾਉਣੀ ਨਹੀਂ ਚਾਹੀਦੀ। ਆਪਾਂ ਨੂੰ ਗੌਰ ਰੱਖਣੀ ਚਾਹੀਦੀ ਆ, ਜਿਹਦੇ ਨਾਲ ਆਪਣਾ ਪੈਸੇ ਦਾ ਨੁਕਸਾਨ ਵੀ ਹੁੰਦਾ ਅਤੇ ਫਸਲ ਦਾ ਨੁਕਸਾਨ ਵੀ ਹੁੰਦਾ। ਆਪਾਂ ਡਬਲ ਨੁਕਸਾਨ ਕਿਉਂ ਕਰੀਏ ਆਪਾਂ ਜਦੋਂ ਡਾਟਾ ਸ਼ੀਟ ਕੰਪਨੀ ਨਾਲ ਦਿੰਦੀ ਆ। ਹਾਂਜੀ, ਆਹ ਦੇਖੋ, ਆਹ ਪਹਿਲੇ ਤਾਂ ਡਾਟਾ ਸ਼ੀਟ ਆਪਾਂ ਪ੍ਰੂਫ ਕਰ ਦਿੰਦੇ ਹਾਂ। ਡਾਟਾ ਸ਼ੀਟ ਇਸੇ ਦਵਾਈ ਦੀ ਆ। ਆਹ ਦੇਖੋ, ਉਹਦੇ ਉੱਤੇ ਵੀ ਓਸੀਨ ਲਿਖਿਆ ਹੋਇਆ, ਓਸੀਨ, ਅਤੇ ਇਹਦੇ ਉੱਤੇ ਵੀ ਲਿਖਿਆ ਹੋਇਆ ਓਸੀਨ 20 SG। ਇਹਦਾ ਸਾਲਟ ਲਿਖਿਆ ਹੋਇਆ ਡਾਈਨੋਟ ਫਿਊਰਾਨ
20% SG। ਤੇ ਸਿਸਟੇਮਿਕ ਇਨਸੈਕਟੀਸਾਈਡ, ਇਹ ਰੱਜ ਕੇ ਕੰਮ ਕਰਨ ਵਾਲਾ ਇਨਸੈਕਟੀਸਾਈਡ ਆ, ਯਾਨੀ ਕਿ ਰੱਜ ਕੇ ਕੰਮ ਕਰਦਾ। ਤੇ ਹੁਣ ਆਪਾਂ ਗਾਹਾਂ ਵੀ ਪੜ੍ਹ ਲੈਂਦੇ ਹਾਂ ਇਹਦੇ ਵਿੱਚ ਕੀ ਲਿਖਿਆ ਹੋਇਆ ਸਾਰਾ। ਪਹਿਲਾਂ ਆਪਾਂ ਫਸਲਾਂ ਦੀ ਗੱਲ ਕਰੀਏ। ਰਾਈਸ ਅਤੇ ਕਾਟਨ ਵਾਸਤੇ ਆ ਜੀ, ਰਾਈਸ ਅਤੇ ਕਾਟਨ ਵਾਸਤੇ ਆ, ਯਾਨੀ ਕਿ ਤੁਸੀਂ ਐਂ ਲਾ ਲਓ ਪੰਜਾਬੀ ਦੇ ਵਿੱਚ ਜਿਹਨੂੰ ਝੋਨਾ ਕਹਿ ਦਿੰਦੇ ਹਾਂ, ਜੀਰੀ ਕਹਿ ਦਿੰਦੇ ਹਾਂ, ਚੌਲ ਕਹਿ ਦਿੰਦੇ ਹਾਂ, ਉਹਦੇ ਉੱਤੇ ਹੁੰਦਾ ਇਹ। ਅਤੇ ਜਿਹਨੂੰ ਕਪਾਹ ਕਹਿ ਦਿੰਦੇ ਹਾਂ, ਨਰਮਾ ਕਹਿ ਦਿੰਦੇ ਹਾਂ, ਕਾਟਨ, ਉਹਦੇ ਉੱਤੇ ਹੁੰਦਾ ਇਹ। ਅਤੇ ਹੁਣ ਆਪਾਂ ਝੋਨੇ ਦੀ ਗੱਲ ਕਰੀਏ। ਝੋਨੇ ਦੇ ਉੱਤੇ ਇਹ ਜੀ ਬਰਾਊਨ ਪਲਾਂਟ ਹੌਪਰ, ਆਹ ਦੇਖੋ ਲਿਖਿਆ ਹੋਇਆ BPH, ਜਿਹਨੂੰ ਆਪਾਂ ਕਾਲਾ ਤੇਲਾ ਕਹਿੰਦੇ ਹਾਂ, ਭੂਰਾ ਮਾਹੂ ਕਹਿੰਦੇ ਹਾਂ, ਉਹਦੇ ਵਾਸਤੇ ਆ। ਜਸਟ ਇਹ ਉਹਦੇ ਵਾਸਤੇ ਆ ਜੀ। ਅਤੇ ਇਸ ਤੋਂ ਬਿਨਾਂ ਇਹ ਝੋਨੇ ਉੱਪਰ ਕੋਈ ਕੰਮ ਨਹੀਂ ਕਰਦਾ। ਜਸਟ ਬਰਾਊਨ ਪਲਾਂਟ ਹੌਪਰ ਦੀ ਰੋਕਥਾਮ ਲਈ ਵਰਤਿਆ ਜਾਣ ਵਾਲਾ ਪ੍ਰੋਡਕਟ ਆ। ਅਤੇ ਹੁਣ ਕਾਟਨ ਦੀ ਗੱਲ ਕਰੀਏ। ਕਾਟਨ ਦੇ ਉੱਤੇ ਐਫਿਡਸ, ਜੈਸਿਡਸ ਅਤੇ ਥ੍ਰਿਪਸ ਐਂਡ ਵਾਈਟ ਫਲਾਈਜ਼, ਵੀ ਇਹ ਸਾਰਿਆਂ ਦਾ ਯਾਨੀ ਕਿ ਮਾਹੂ, ਤੇਲਾ ਅਤੇ ਚਿੱਟੀ ਮੱਖੀ, ਸਾਰਿਆਂ ਦੇ ਉੱਤੇ ਇੱਕ ਥ੍ਰਿਪਸ ਹੁੰਦਾ ਜਿਹੜਾ, ਉਹਨੂੰ ਥ੍ਰਿਪਸੇ ਕਹਿੰਦੇ ਨੇ, ਪੰਜਾਬੀ 'ਚ ਵੀ ਥ੍ਰਿਪਸੇ ਕਹਿੰਦੇ ਨੇ। ਯਾਨੀ ਕਿ ਤੁਸੀਂ ਐਂ ਲਾ ਲਓ ਵੀ ਨਰਮੇ ਦੇ ਉੱਤੇ, ਕਪਾਹ ਦੇ ਉੱਤੇ ਇਹ ਤੇਲਾ, ਚੇਪਾ, ਥ੍ਰਿਪਸ ਅਤੇ ਚਿੱਟੀ ਮੱਖੀ ਇਹਦਾ ਕੰਟਰੋਲ ਕਰਦਾ। ਅਤੇ ਹੁਣ ਆਪਾਂ ਇਹਦੀ ਕਰਦੇ ਹਾਂ ਡੋਜ਼ ਦੀ ਗੱਲ ਜੀ। ਆਪਾਂ ਝੋਨੇ ਦੇ ਉੱਤੇ ਗੱਲ ਕਰਨੀ ਹੈ ਜੀ। ਪਹਿਲਾਂ ਇਹਨੂੰ ਉਰੋਂ ਤੋਂ ਪੜ੍ਹ ਲਓ ਜੇ ਪੜ੍ਹਨਾ। ਇਹ ਵੀ ਸੌਲੀ ਵਾਲਾ ਵਾਟਰ ਦੇ ਵਿੱਚ ਹਾਈ ਸਿਸਟੇਮਿਕ ਆ, ਵੀ ਯਾਨੀ ਕਿ ਇਹ ਅੰਦਰ ਪ੍ਰਭਾਵੀ, ਅੰਤਰ ਪ੍ਰਭਾਵੀ, ਯਾਨੀ ਕਿ ਰੱਜ ਕੇ ਕੰਮ ਕਰਨ ਵਾਲਾ, ਵੀ ਯਾਨੀ ਕਿ ਪੌਦੇ ਦੇ ਵਿੱਚ ਰਚ ਜਾਂਦਾ। ਜਦੋਂ ਪੌਦੇ ਨੂੰ ਆ ਕੇ ਕਾਲਾ ਤੇਲਾ ਖਾਂਦਾ ਅਤੇ ਉਹ ਖਾਣ ਤੋਂ ਬਾਅਦ ਉਹਦਾ ਸਿਸਟਮ ਰੁਕ ਜਾਂਦਾ ਅਤੇ ਉਹ ਮਰ ਜਾਂਦਾ। ਅਤੇ ਇਹਦਾ ਸਿਸਟਮ ਆ ਚੱਲਣ ਦਾ। ਅਤੇ ਇਹਦੀ ਆਪਾਂ ਡੋਜ਼ ਦੀ ਗੱਲ ਕਰੀਏ, ਜਿਹੜੀ ਕਰੈਕਟ ਡੋਜ਼ ਦੀ ਗੱਲ ਕਰਨ ਦੀ ਬਣਦੀ ਆਪਣੀ, ਉਹ ਹੈਗੀ ਆ ਜੀ, ਆਹ ਦੇਖੋ ਪਰ ਹੈਕਟੇਅਰ, ਆਹ ਲਿਖਿਆ ਹੋਇਆ ਡੋਜ਼ ਪਰ ਹੈਕਟੇਅਰ। ਹੈਕਟੇਅਰ ਹੁੰਦਾ ਜੀ 2.5 ਏਕੜਾਂ ਦਾ। 2.5 ਏਕੜਾਂ ਦੇ ਵਿੱਚ ਕਹਿੰਦੇ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ, ਆਹ ਦੇਖੋ ਸਪੈਸ਼ਲ ਲਿਖਿਆ ਹੋਇਆ ਫਾਰਮੂਲੇਸ਼ਨ ਇਨ ਗ੍ਰਾਮ, 150 ਗ੍ਰਾਮ ਤੋਂ ਲੈ ਕੇ 200 ਗ੍ਰਾਮ। ਯਾਨੀ ਕਿ ਏਕੜਾਂ ਦੇ ਵਿੱਚ ਗੱਲ ਕਰੀਏ 60 ਗ੍ਰਾਮ ਤੋਂ ਲੈ ਕੇ 80 ਗ੍ਰਾਮ ਤੱਕ ਆਪਾਂ ਨੇ ਇਹਦੀ ਡੋਜ਼ ਵਰਤਣੀ ਆ, ਜਿਹੜੇ ਹਿਸਾਬ ਨਾਲ ਇਹ 21 ਦਿਨਾਂ ਦਾ ਰਿਜ਼ਲਟ ਆਪਾਂ ਨੂੰ ਦਿੰਦੀ ਆ ਦਵਾਈ। ਅਤੇ 60 ਗ੍ਰਾਮ ਦੀ ਡੋਜ਼ ਆਪਾਂ ਨੇ ਉਦੋਂ ਵਰਤਣੀ ਆ ਜਦੋਂ ਆਪਣਾ ਪੂਸਾ 44 ਝੋਨਾ ਜਾਂ ਡੋਗਰ ਪੂਸਾ ਜਾਂ ਪੀਲੀ ਪੂਸਾ 70-75 ਦਿਨਾਂ ਦਾ ਹੁੰਦਾ। ਜਦੋਂ ਆਪਾਂ 60 ਗ੍ਰਾਮ ਦੀ ਡੋਜ਼ ਵਰਤਣੀ ਆ। ਅਤੇ ਇਸ ਦਵਾਈ ਦੀ ਜਿਹੜੀ ਸਪਰੇਅ ਆ ਉਹ ਇੱਕ ਵਾਰ ਹੀ ਕਰ ਸਕਦੇ ਹਾਂ, ਦੂਜੀ ਵਾਰ ਇਹਦੀ ਸਪਰੇਅ ਰਿਪੀਟ ਨਹੀਂ ਕਰਨੀ। ਇਹਦੀ ਸਪਰੇਅ ਇੱਕ ਵਾਰ ਹੀ ਕਰੋ, ਵਧੀਆ ਰਿਜ਼ਲਟ ਤਾਂ ਮਿਲਣਗੇ। ਇਹ ਕਿਸਾਨਾਂ ਦੇ ਆਪਣੇ ਤਜਰਬੇ ਨੇ। ਅਤੇ ਇਹਦੀ 60 ਗ੍ਰਾਮ ਆਪਣੇ ਡੋਜ਼ ਉਦੋਂ ਵਰਤਣੀ ਆ ਜਦੋਂ 70-75 ਦਿਨਾਂ ਦਾ ਝੋਨਾ ਹੁੰਦਾ ਅਤੇ ਭਗੋਲਾ ਭਰਿਆ ਖੜਾ ਹੁੰਦਾ। ਜਦੋਂ ਭਗੋਲਾ ਕਿਤੇ ਕਿਤੇ ਨਿਕਲਣ ਲੱਗ ਜਾਂਦਾ, 10-15% ਨਸਾਰਾ ਬਾਹਰ ਆ ਜਾਂਦਾ ਪੂਸਾ 44 ਵਰਗੇ ਝੋਨਿਆਂ ਦੇ ਉੱਪਰ, ਫਿਰ ਇਹਦੀ ਡੋਜ਼ ਤੁਸੀਂ 70 ਗ੍ਰਾਮ ਵਰਤ ਸਕਦੇ ਹੋ। ਜਦੋਂ ਸਾਰਾ ਭਗੋਲਾ ਬਾਹਰ ਆ ਜਾਂਦਾ, ਸਾਰੇ ਸਿੱਟੇ ਬਾਹਰ ਆ ਜਾਂਦੇ, ਉਦੋਂ ਬਾਅਦ ਡੋਜ਼ ਦੀ 80 ਗ੍ਰਾਮ ਵਰਤ ਸਕਦੇ ਹੋ। ਅਤੇ 80 ਗ੍ਰਾਮ ਤੋਂ ਇਹਦੀ ਡੋਜ਼ ਵੱਧ ਨਹੀਂ ਵਰਤਣੀ ਜੀ। ਅਤੇ ਪਾਣੀ ਦੀ ਗੱਲ ਕਰੀਏ ਤਾਂ 200 ਲੀਟਰ ਪਾਣੀ ਪਰ ਏਕੜ ਦਾ ਇਹ ਜ਼ਰੂਰੀ ਆ, ਲਾਉਣਾ ਚਾਹੀਦਾ, ਤਾਂ ਕੰਮ ਵਧੀਆ ਕਰਦੀ ਆ ਦਵਾਈ। ਯਾਨੀ ਕਿ 150 ਲੀਟਰ ਤੋਂ ਘੱਟ ਪਾਣੀ ਨਹੀਂ ਲਾਉਣਾ। 150 ਲੀਟਰ ਤੋਂ ਪਾਣੀ ਘੱਟ ਲਾਵੋਗੇ ਤਾਂ ਤੁਹਾਡਾ ਦਵਾਈ ਨੇ ਉਨੇ ਰਿਜ਼ਲਟ ਨਹੀਂ ਦੇਣੇ। ਤੁਹਾਨੂੰ ਦਵਾਈ ਦੀ ਕੋਸਟ ਜ਼ਿਆਦਾ ਪਊਗੀ ਪਾਣੀ ਦੀ ਇੱਕ ਕਿਰਸ ਕਰਕੇ। ਜੇ ਪਾਣੀ ਦੀ ਕਿਰਸ ਕਰੋਗੇ ਤਾਂ ਦਵਾਈ ਤੁਹਾਨੂੰ ਉਨਾ ਰਿਜ਼ਲਟ ਨਹੀਂ ਦੇਵੇਗੀ। ਅਤੇ ਡੋਜ਼ ਦੀ ਗੱਲ ਹੋ ਗਈ, ਰੇਟ ਦੀ ਗੱਲ ਹੋ ਗਈ, ਬ੍ਰਾਂਡ ਦੀ ਗੱਲ ਹੋ ਗਈ, ਸਾਲਟ ਦੀ ਗੱਲ ਹੋ ਗਈ, ਸਾਰਾ ਗੱਲ ਹੋ ਗਈ। ਜੇ ਹੋਰ ਕਿਸੇ ਮੇਰੇ ਵੀਰ ਦਾ ਕੋਈ ਵੀ ਸਵਾਲ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦਾ। ਅਤੇ ਡਾਟਾ ਸੀਟ ਇੱਕ ਵਾਰ ਦੁਬਾਰਾ ਆਪਾਂ ਤੁਹਾਨੂੰ ਫੇਰ ਦਿਖਾ ਦਿੰਦੇ ਹਾਂ। ਬੰਦਾ ਜੇ ਤੁਸੀਂ ਪੜ੍ਹਨ ਦਾ ਚਾਹਵਾਨ ਆ ਤਾਂ ਪੜ੍ਹ ਸਕਦਾ। ਇੰਗਲਿਸ਼ ਦੇ ਵਿੱਚ ਲਿਖੀ ਹੋਈ ਆ ਪਲਾਂਟ ਪ੍ਰੋਟੈਕਸ਼ਨ ਇਕਵਿਪਮੈਂਟ ਲਿਖਿਆ ਹੋਇਆ, ਵੀ ਕਿਵੇਂ ਸਪਰੇਅ ਕਰਨੀਆਂ, ਪ੍ਰੀਕਾਸ਼ਨਸ ਲਿਖੀਆਂ ਹੋਈਆਂ ਨੇ, ਸਾਰਾ ਸਾਈਨ, ਫਸਟ ਏਡ, ਐਂਟੀ ਡੋਜ਼, ਸਾਰਾ ਕੁਛ ਲਿਖਿਆ। ਸਟੋਰੇਜ ਕੰਡੀਸ਼ਨ, ਆਹ ਕੰਪੋਨੈਂਟ, ਇੱਕ ਆਹ ਕੰਪੋਨੈਂਟ ਪੜ੍ਹਨੇ ਬਹੁਤ ਜ਼ਰੂਰੀ ਹੁੰਦੇ ਨੇ। ਕੰਪੋਨੈਂਟ ਪੜ੍ਹਿਆ ਕਰੋ, ਇਹ ਵੀ ਇੰਟਰਸਟ ਵੱਧਦਾ। ਅਤੇ ਜੇ ਕਹੋ ਪੰਜਾਬੀ 'ਚ ਕੋਈ ਮੇਰਾ ਵੀਰ ਤਾਂ ਪੰਜਾਬੀ ਦੇ ਵਿੱਚ ਵੀ ਦਿਖਾ ਦਿੰਦੇ ਹਾਂ। ਵੀਡੀਓ ਲੰਬੀ ਹੋਣ ਦੇ ਡਰ ਦੇ ਨਾਲੋਂ ਆਪਾਂ ਥੋੜ੍ਹਾ ਜਿਹਾ ਛੇਤੀ ਖਿੱਚ ਰਹੇ ਹਾਂ, ਨਹੀਂ ਬੋਲਣ ਨੂੰ ਤਾਂ ਹੋਰ ਬਹੁਤ ਕੁਛ ਸੀ। ਅਤੇ ਸਾਵਧਾਨੀਆਂ ਦਿੱਤੀਆਂ ਹੋਈਆਂ ਨੇ ਜੀ। ਇਹ ਮੱਖੀਆਂ ਮੁੱਖੀਆਂ ਸਹਿਜਦੀਆਂ ਨੇ ਜਿੱਥੇ ਉੱਥੇ ਸਪਰੇਅ ਨਾ ਕੀਤੀ ਜਾਵੇ। ਅਤੇ ਜਦੋਂ ਦਿਨ ਦੇ ਟਾਈਮ ਸਪਰੇਅ ਨਾ ਕੀਤੀ ਜਾਵੇ, ਜਦੋਂ ਉਹਨਾਂ ਦੀ ਕਿਰਿਆ ਚੱਲਦੀ ਹੁੰਦੀ ਆ। ਅਤੇ ਇੱਕ ਹੋਰ ਸਭ ਤੋਂ ਵੱਡਾ ਪੁਆਇੰਟ ਮੈਂ ਆਖਰ 'ਤੇ ਦੱਸਦਾ, ਓਸੀਨ ਦੀ ਸਪਰੇਅ ਕਰਨ ਤੋਂ ਬਾਅਦ ਚੈਸ ਦੀ ਸਪਰੇਅ ਕਰ ਸਕਦੇ ਹੋ, ਅਤੇ ਚੈਸ ਦੀ ਸਪਰੇਅ ਕਰਨ ਤੋਂ ਬਾਅਦ ਓਸੀਨ ਦੀ ਸਪਰੇਅ ਨਹੀਂ ਕਰ ਸਕਦੇ। ਇਹ ਸਭ ਤੋਂ ਵੱਡਾ ਇਹਦਾ ਪੁਆਇੰਟ ਆ। ਓਸੀਨ ਦੇ ਉੱਪਰ ਚੈਸ ਕੰਮ ਕਰਦੀ ਆ, ਚੈਸ ਦੇ ਉੱਪਰ ਓਸੀਨ ਕੰਮ ਨਹੀਂ ਕਰਦੀ। ਇਹ ਕਿਸਾਨਾਂ ਦੇ ਸਾਰਿਆਂ ਦੇ ਨਿੱਜੀ ਤਜਰਬੇ ਨੇ। ਅਤੇ ਹੋਰ ਮੇਰੇ ਵੀਰ ਦਾ ਕਿਸੇ ਦਾ ਵੀ ਕੋਈ ਵੀ ਸਵਾਲ ਹੋਵੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ। ਧੰਨਵਾਦ ਜੀ।